92 ਚ 5 ਰੁਪਏ ਡੀਜ਼ਲ ਸੀ, ਅੱਜ 100 ਰੁਪਏ ਤੇ ਹੈ। ਮਤਲਬ 25 ਗੁਣਾ ਵੱਧ ਗਿਆ। 25 ਗੁਣਾ ਕਾਸਟ ਆਫ ਪ੍ਰੋਡਕਸ਼ਨ 25 ਗੁਣਾ ਵੱਧ ਗਈ। 30 ਸਾਲ ਅੱਡ ਤੇ ਇੱਕ ਦਿਨ ਦੇ ਵਿੱਚ 1700 ਤੋਂ 3000। ਬਾਸਮਤੀ ਰੱਖੋ 3200 ਤੋਂ 7000। ਮਟਰ 5 ਰੁਪਏ, ਉਧਰ 25 ਟੁੱਟਿਆ ਹੀ ਕਦੇ ਨਹੀਂ। ਉਹ ਭਾਈ ਸਾਡੇ ਕਲਚਰ ਇੱਕ ਨੇ, ਜਿਹੜੇ ਅਸਲੀ ਸਮਝਦੇ ਨੇ ਉਹ ਜਾਣਦੇ ਨੇ ਕਿ 10 ਲੱਖ ਮਾਰ ਕੱਟ ਹੋਈ, ਕਿੰਨੇ ਲੋਕ ਬੇਅਬਰੂ ਹੋਏ, ਉਹ ਸਮਝਦੇ ਨੇ। ਉਹ ਤੇ ਮਰਮ ਹੈ ਭਾਈ। ਸਾਡੇ ਸੱਭਿਆਚਾਰ ਇੱਕ, ਸਾਡੀ ਜ਼ਬਾਨ ਇੱਕ, ਸਾਡਾ ਪਹਿਰਾਵਾ ਇੱਕ, ਸਾਡਾ ਖਾਣ ਪਾਣ ਇੱਕ, ਉਹ ਹੋਰ ਤੇ ਹੋਰ ਸਾਡਾ ਟੌਰ ਟੱਪਾ ਇੱਕ। ਤੇ ਮੈਂ ਕਿਹਾ ਸੀ ਇਸ ਮੁਕੱਦਸ ਗੁਰੂ ਦੇ ਦਵਾਰ ਨੂੰ ਖੋਲ ਦਿਓ, ਅਸੰਖਿਆ ਸੰਭਾਵਨਾ ਹੋਣਗੀਆਂ। ਤੇ ਮੈਂ ਅੱਜ ਕਹਿਣਾ ਕਿ ਉਹਨਾਂ ਮੰਦਰਾਂ ਦੇ ਦਰ ਖੋਲੋ ਜਿੱਥੇ ਸਾਡੀ ਆਸਥਾ ਦੇ ਪੁੰਜ ਨੇ। ਅੱਜ ਸਭ ਤੋਂ ਵੱਧ ਪੋਟੈਂਸ਼ੀਅਲ ਮੈਡੀਕਲ ਟੂਰਿਜ਼ਮ 'ਚ ਹੈ। ਜੋ ਹਾਰਟ ਦੀ ਸਰਜਰੀ ਅਮਰੀਕਾ 'ਚ ਹੁੰਦੀ ਹੈ, ਇੱਥੇ 10 ਗੁਣੇ ਸਸਤੀ ਹੁੰਦੀ ਹੈ, ਉਦੋਂ ਵੀ ਸਸਤੀ ਹੈ। ਗੋਡਾ ਬਦਲਾਉਣਾ ਹੋਵੇ, ਦੇਖੋ ਤੁਸੀਂ ਆ ਉਜ਼ਬੇਕਿਸਤਾਨ, ਕਜ਼ਾਕਿਸਤਾਨ, ਅਰਮੇਨਿਸਤਾਨ ਸਭ ਦਿੱਲੀ ਭੱਜੇ ਆਉਂਦੇ ਆ। ਹਵਾਵਾਂ 'ਚ ਖੁਸ਼ੀਆਂ ਨੇ। ਹਰ ਬੰਦਾ ਉਸ ਧਰਤੀ ਦੇ ਉੱਤੇ ਇੱਕ ਮੁਸਕਾਨ ਲੈ ਕੇ, ਇੱਕ ਨਵੀਂ ਉਮੰਗ ਤਰੰਗ, ਜਿਵੇਂ ਕੋਈ ਨਵਾਂ ਸੂਰਜ ਉਦੈ ਹੋਇਆ ਹੁੰਦਾ, ਉਸ ਤਰ੍ਹਾਂ ਦੀ ਖੁਸ਼ੀ ਦੇ ਵਿੱਚ ਹੈ। ਨਵੀਂ ਸਵੇਰ ਦੀ ਉਮੰਗ 'ਚ ਹੈ। ਲਾਂਘਾ ਖੁੱਲਿਆ, ਮੈਂ ਸ਼ੁਕਰਾਨਾ ਕਰਦਾ। ਪਹਿਲਾਂ ਬਣਿਆ ਸੀ ਉਦੋਂ ਵੀ ਸ਼ੁਕਰਾਨਾ ਕੀਤਾ ਸੀ। ਤਾੜੀ ਦੋ ਹੱਥਾਂ ਨਾਲ ਵੱਜਦੀ ਹੈ। ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨਰਿੰਦਰ ਮੋਦੀ ਜੀ ਔਰ ਉਧਰਲੇ ਪਾਸੇ ਇਮਰਾਨ ਖਾਨ ਸਾਹਿਬ, ਇਹ ਦੋਵਾਂ ਦੇ ਐਫਰਟਸ ਦੇ ਨਾਲ ਅੱਜ ਫੇਰ 12 ਕਰੋੜ ਨਾਨਕ ਨਾਮ ਲੇਵਾ ਉੱਥੇ ਜਾ ਕੇ ਮੱਥਾ ਲਾ ਕੇ 21 ਪੁਸ਼ਤਾਂ ਤਰਦੀਆਂ ਨੇ। ਇੱਕ ਸਕਾਰਾਤਮਕ ਊਰਜਾ ਆਪਣੇ ਚਾਨਣ ਮਨਾਰੇ ਤੋਂ ਸੇਧ ਲੈ ਕੇ ਆਉਂਦੇ ਆ, ਔਰ ਸੇਧ ਆਪਸੀ ਭਾਈਚਾਰੇ ਦੀ ਹੈ, ਅਮਨ ਅਮਾਨ ਦੀ ਹੈ। ਮੈਂ ਪਿਛਲੀ ਵਾਰ ਵੀ ਜਦੋਂ ਗਿਆ ਸੀ, ਲੋਕ ਛੋਟੀਆਂ ਜਿਹੀਆਂ ਗੱਲਾਂ ਚੱਕ ਲੈਂਦੇ ਆ, ਛੱਪੜਾਂ ਦੀਆਂ ਗੱਲਾਂ ਕਰਦੇ ਆ, ਟੋਭਿਆਂ ਦੀਆਂ ਗੱਲਾਂ ਕਰਦੇ ਆ, ਖੂਹਾਂ ਦੀਆਂ ਗੱਲਾਂ ਕਰਦੇ, ਸਮੁੰਦਰ ਦੀ ਗੱਲ ਨਹੀਂ ਕਰਦੇ। ਮੈਂ ਸਮੁੰਦਰ ਦੀ ਗੱਲ ਕਰਦਾ। ਮੈਂ ਉਹ ਗੱਲ ਕਰਦਾ ਜਿਹੜੀ ਨਾ ਸਿਰਫ 3 ਕਰੋੜ ਪੰਜਾਬੀਆਂ ਦੀ ਜ਼ਿੰਦਗੀ ਬਦਲ ਸਕੇ, ਬਲਕਿ ਲੋਕਾਂ ਨੂੰ ਖੁਸ਼ਹਾਲ ਕਰ ਸਕੇ, ਇਕਨੋਮਿਕ ਪ੍ਰੋਸਪੈਰਿਟੀ ਲਿਆ ਸਕੇ, ਇੱਜ਼ਤ ਦੀ ਰੋਟੀ ਦੇ ਸਕੇ, ਇੱਕ ਨੂੰ ਨਹੀਂ ਕਈਆਂ ਨੂੰ। ਔਰ ਮੈਂ ਉਸ ਗੱਲ ਨੂੰ ਅੱਜ ਅੱਗੇ ਵਧਾਉਣ ਲੱਗਿਆ। ਸ਼ਾਇਰ ਹਾਂ, ਕੁਝ ਲਿਖਦਾ, ਔਰ ਜਦੋਂ ਲਿਖਦਾ ਤੇ ਚੀਜ਼ ਮਾਇਨੇ ਵਾਲੀ ਹੁੰਦੀ ਹੈ। ਪੌਣੀ ਸਦੀ ਪਹਿਲਾਂ ਵਿਹੜੇ ਵਿੱਚ ਕੱਢ ਲਈਆਂ ਕੰਧਾਂ। 75 ਸਾਲ। ਪੌਣੀ ਸਦੀ ਪਹਿਲਾਂ ਵਿਹੜੇ ਵਿੱਚ ਕੱਢ ਲਈਆਂ ਕੰਧਾਂ। ਚਲੋ ਕੱਢ ਲਈਆਂ, ਹੁਣ ਕੀ ਸਲਾਹਾਂ ਜਾਂ ਮੈਂ ਨਿੰਦਾ। ਚਲੋ ਕੱਢ ਲਈਆਂ, ਹੁਣ ਕੀ ਸਲਾਹਾਂ ਜਾਂ ਮੈਂ ਨਿੰਦਾ। ਪਰ ਇੱਕ ਗੱਲ ਆਖਣੀ ਜ਼ਰੂਰ ਚਾਹੁੰਦਾ ਖਾਸ, ਪਰ ਇੱਕ ਗੱਲ ਆਖਣੀ ਜ਼ਰੂਰ ਚਾਹੁੰਦਾ ਖਾਸ। ਇਹਨੂੰ ਆਖ ਲਓ ਦੁਆ ਮੇਰੀ, ਜਾਂ ਕਹਿ ਲਓ ਅਰਦਾਸ। ਉਹ ਗੱਲ ਇਹ ਹੈ ਕਿ ਕੰਧਾਂ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ। ਕੰਧਾਂ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ। ਕੰਧਾਂ ਅੰਨੀਆਂ ਨਾ ਹੋਣ, ਬੂਹੇ ਬਾਰੀਆਂ ਵੀ ਹੋਣ। ਕੰਧਾਂ ਅੰਨੀਆਂ ਨਾ ਹੋਣ, ਬੂਹੇ ਬਾਰੀਆਂ ਵੀ ਹੋਣ। ਬੂਹੇ ਬਾਰੀਆਂ ਚੋਂ ਲੰਘ ਆਵੇ ਦੋਸਤੀ ਤੇ ਪਿਆਰ। ਉਹ ਬੂਹੇ ਬਾਰੀਆਂ ਚੋਂ ਲੰਘ ਆਵੇ ਦੋਸਤੀ ਤੇ ਪਿਆਰ। ਸਾਡਾ ਮੇਲ ਜੋਲ ਹੋਵੇ, ਸਾਡਾ ਮੇਲ ਜੋਲ ਹੋਵੇ। ਚੱਲੇ ਵਣਜ ਵਪਾਰ, ਚੱਲੇ ਵਣਜ ਵਪਾਰ। ਇਹ ਜੋ ਪਿਛਲੀ ਵਾਰ ਮੈਂ ਕਿਹਾ ਸੀ, ਇਹਨੂੰ ਅੱਗੇ ਵਧਾਉਣਾ। ਜਦੋਂ ਵਾਜਪਾਈ ਸਾਹਿਬ ਪਿਛਲੀ ਵਾਰ ਗਏ ਸੀ ਅਮਨ ਦਾ ਸੁਨੇਹਾ ਲੈ ਕੇ, ਪਿਆਰ ਦੀ ਬੱਸ ਲੈ ਕੇ, ਤੇ ਭਾਈ ਪੱਬਾਂ ਭਾਰ ਸੀ ਪੰਜਾਬ ਦੋਵੇਂ।
ਗੋਡੇ ਗੋਡੇ ਖੁਸ਼, ਹਰ ਬੰਦਾ ਖੁਸ਼। ਕਿਉਂ ਭਾਈ? ਇਸ ਕਰਕੇ ਕਿ ਜ਼ਿੰਦਗੀਆਂ ਬਦਲਣ ਵਾਸਤੇ ਜਿਹੜੇ ਕਿਸਮਤ ਤੇ ਸਾਡੀ ਤਾਲੇ ਲਾਤੇ ਉਹ ਖੁੱਲਣੇ ਚਾਹੀਦੇ। ਸਾਡਾ ਸਿਲਕਨ ਰੂਟ ਖੁੱਲਣਾ ਚਾਹੀਦਾ। ਜਦੋਂ ਯੂਰਪ ਦੇ ਵਿੱਚ ਵਰਲਡ ਵਾਰ 2 ਹੋਈ ਤੇ ਹਾਹਾਕਾਰ ਮਚਿਆ ਰਿਹਾ। ਜਰਮਨੀ, ਇਟਲੀ, ਜਾਪਾਨ ਇੱਕ ਪਾਸੇ ਔਰ ਸਾਰਾ ਯੂਰਪ, ਭਾਵੇਂ ਉਹ ਪੋਲੈਂਡ, ਹੰਗਰੀ, ਆਸਟਰੀਆ, ਇੰਗਲੈਂਡ, ਫਰਾਂਸ, ਤਹਿਸ ਨਹਿਸ ਕਰਤੇ। ਲੱਖਾਂ ਹੀ ਮੌਤਾਂ ਹੋਈਆਂ, ਖਰਬਾਂ ਦਾ ਨੁਕਸਾਨ ਹੋਇਆ, ਦੇਸ਼ ਤਬਾਹ ਬਰਬਾਦ ਹੋ ਗਏ। ਤੇ ਜਦੋਂ ਕੁਛ ਅਰਸਾ ਬੀਤਿਆ ਤੇ ਸਾਰੇ ਯੂਰਪ ਨੇ ਸੋਚਿਆ ਭਾਈ ਹੁਣ ਇਸ ਨੁਕਸਾਨ ਦੀ ਭਰਪਾਈ ਕਿਵੇਂ ਕਰਨੀ। ਉਹਨਾਂ ਇਕੱਠੇ ਹੋ ਕੇ ਇੱਕ ਵੀਜ਼ਾ ਲਾਇਆ ਤੇ ਇੱਕ ਲਾਈਨ ਜੀ ਹੈ, ਉਹ ਲਾਈਨ ਤੋਂ ਸਾਰੇ ਦੇ ਸਾਰੇ ਬਾਰਡਰ ਖੋਲ ਦਿੱਤੇ। ਟੋਟਲ ਜਿੰਨੇ ਸੀ ਉਹ ਸਾਰੇ ਖੋਲ ਦਿੱਤੇ। ਤੇ ਤੁਸੀਂ ਇੱਕ ਵੀਜ਼ੇ ਦੇ ਉੱਤੇ ਇੰਗਲੈਂਡ ਚੋਂ ਨਿਕਲੋ, ਫਰਾਂਸ ਚੋਂ ਨਿਕਲੋ, ਆਸਟਰੀਆ, ਤੇ ਸਾਰੇ ਯੂਰਪ ਨੂੰ ਘੁੰਮ ਲਓ 4 ਦਿਨਾਂ 'ਚ। ਇਹ ਮਿਆਦ ਕਰ ਦਿੱਤੀ ਉਹਨਾਂ ਨੇ। ਤੇ ਵੇਖੋ ਕਿਸ ਤਰੀਕੇ ਦੇ ਨਾਲ ਯੂਰਪ ਉੱਠਿਆ ਤੇ ਕਿਸ ਤਰੀਕੇ ਦੇ ਨਾਲ ਬਰਕਤ ਹੋਈ ਹੈ। ਤੇ ਮੈਂ ਵੀ ਅੱਜ ਆਸ ਕਰਦਾ, ਇੱਕ ਰਿਕੁਐਸਟ ਕਰਦਾ, ਇੱਕ ਫਰਿਆਦ ਕਰਦਾ ਕਿ ਅਗਰ ਪੰਜਾਬ ਦੀ ਜ਼ਿੰਦਗੀ ਬਦਲਣੀ ਹੈ ਤੇ ਅਗਲਾ ਸਟੈਪ ਇਹ ਹੈ। ਕਿਉਂ ਸਾਡਾ ਸਮਾਨ 2100 ਕਿਲੋਮੀਟਰ ਜਾ ਕੇ ਮੁੰਦਰਾ ਪੋਰਟ ਖੜੇ, ਤੇ ਮੁੰਦਰਾ ਪੋਰਟ ਕਿਹਦਾ? ਉੱਥੇ ਜਾ ਕੇ 2100 ਕਿਲੋਮੀਟਰ ਕਿਉਂ ਜਾਵੇ ਤੇ ਭਾਈ 20 ਕਿਲੋਮੀਟਰ ਕਿਉਂ ਨਾ ਜਾਵੇ? 22 ਕਿਲੋਮੀਟਰ ਹੀ ਹੈ ਨਾ ਇੱਥੋਂ। ਤੇ ਜੇ ਕਰਾਚੀ ਤੇ ਬੰਬੇ ਖੁੱਲਾ ਤੇ ਇਹ ਕਿਉਂ ਨਹੀਂ? ਜਿਨ੍ਹਾਂ ਕੋਲ ਪਾਸਪੋਰਟ ਨੇ ਉਹਨਾਂ ਦੀ ਤਾਂ ਪੂਰੀ ਤਰ੍ਹਾਂ ਖੜੇ ਆ ਪੁਲਿਸ ਵਾਲੇ, ਉਹਨਾਂ ਦਾ ਪੂਰੀ ਸ਼ਨਾਖਤ ਹੁੰਦੀ ਹੈ, ਉਹਨਾਂ ਦਾ ਪੂਰਾ ਪ੍ਰੋਪਰ ਤਰੀਕੇ ਦੇ ਨਾਲ ਵੈਰੀਫਿਕੇਸ਼ਨ ਹੁੰਦੀ ਹੈ। ਤੇ ਜਿਹੜੇ ਸਾਡੇ ਭਾਈ ਲਾਲੋ, ਜਿਨ੍ਹਾਂ ਨੂੰ ਬਾਬਾ ਨਾਨਕ ਆਪਣਾ ਕਿੱਤਾ ਲੜ ਲਾ ਕੇ ਗਿਆ, ਉਹ 34 ਦੇਸ਼ਾਂ ਨੂੰ ਇਹ ਵਪਾਰ ਹੁੰਦਾ ਸੀ। ਔਰ 2019 ਤੋਂ ਪਹਿਲਾਂ ਹੁੰਦਾ ਸੀ। ਅਸੰਭਵ ਸ਼ਬਦ ਤੇ ਬੇਵਕੂਫਾਂ ਦੇ ਸ਼ਬਦਕੋਸ਼ 'ਚ ਹੈ। ਮੈਂ ਤੇ ਆਸ ਵਾਲਾ ਬੰਦਾ, ਸਕਾਰਾਤਮਕ ਸੋਚ ਵਾਲਾ ਬੰਦਾ। ਆਈ ਥਿੰਕ ਪੋਜ਼ਿਟਿਵ ਐਨੀਥਿੰਗ ਇਜ਼ ਬੈਟਰ ਦੈਨ ਨੈਗੇਟਿਵ ਨਥਿੰਗ। ਇਹ ਖੁੱਲਾ ਸੀ। ਇਸ ਟ੍ਰੇਡ ਦੀ ਜਿਹੜੀ ਪੋਟੈਂਸ਼ੀਅਲ ਹੈ ਉਹ 275,000 ਕਰੋੜ 37 ਬਿਲੀਅਨ US ਡਾਲਰਸ ਦੀ ਹੈ। ਅਗਰ ਇਹਨੂੰ ਅਨਲੌਕ ਕੀਤਾ ਜਾਵੇ ਤੇ ਅਸੀਂ ਇਸ ਪੋਟੈਂਸ਼ੀਅਲ ਦੇ 5ਵੇਂ ਹਿੱਸੇ ਵੀ ਨਹੀਂ ਪਹੁੰਚੇ, 5% ਵੀ ਨਹੀਂ, 2 ਤੋਂ 3 ਕਰੋੜ ਤੱਕ ਵੀ ਨਹੀਂ ਪਹੁੰਚੇ। ਇਹਦਾ ਲਾਸ ਕਰੀਬ 5,000 ਕਰੋੜ ਰੁਪਈਏ ਅੱਜ ਪੰਜਾਬ ਨੂੰ। 15,000 ਜੌਬਸ ਹੋਰ ਤੇ ਹੋਰ ਮੇਰੇ ਕੁਲੀ ਵੀਰ ਜਿਹੜੇ ਨੇ ਉਹੀ ਕੁਝ ਹੋਰ ਕੰਮ ਕਰਨ ਲੱਗੇ। ਇਹ ਬਹੁਤ ਵੱਡੇ ਮੁੱਦੇ ਆ ਸਾਹਿਬ। ਜੇ ਕਣਕ ਦੀ ਗੱਲ ਕਰੋ, 5 ਰੁਪਈਏ ਡੀਜ਼ਲ ਸੀ 1992 ਚ। ਔਰ ਕਿਸਾਨ ਵੀਰਾਂ ਦੀ ਗੱਲ ਕਰਦਾ, 92 ਚ 5 ਰੁਪਈਏ ਡੀਜ਼ਲ ਸੀ, ਅੱਜ 100 ਰੁਪਈਏ ਤੇ ਹੈ। ਮਤਲਬ 25 ਗੁਣਾ ਵੱਧ ਗਿਆ। 25 ਗੁਣਾ ਕਾਸਟ ਆਫ ਪ੍ਰੋਡਕਸ਼ਨ 25 ਗੁਣਾ ਵੱਧ ਗਈ ਤੇ MSP 5 ਗੁਣਾ। ਹਿਸਾਬ ਲਾ ਕੇ ਦੇਖੋ 1700। ਤੇ ਜਿਹੜੀ 30 ਸਾਲ ਦੇ ਵਿੱਚ 1300-1400 ਵਧੀ ਹੈ, ਅੱਜ ਇੱਥੇ ਰੱਖੋ ਤੇ ਇੱਕ ਦਿਨ ਦੇ ਵਿੱਚ 1700 ਤੋਂ ਸਿੱਧੀ 3000 ਇੱਕ ਦਿਨ 'ਚ। 30 ਸਾਲ ਅੱਡ ਤੇ ਇੱਕ ਦਿਨ ਦੇ ਵਿੱਚ 1700 ਤੋਂ 3000। ਬਾਸਮਤੀ ਰੱਖੋ 3200 ਤੋਂ 7000। ਮਟਰ 5 ਰੁਪਈਏ, ਉਧਰ 25 ਟੁੱਟਿਆ ਹੀ ਕਦੇ ਨਹੀਂ। ਟਮਾਟਰ 5 ਰੁਪਈਏ, ਉਧਰ 50 ਤੋਂ ਟੁੱਟਿਆ ਹੀ ਕਦੇ ਨਹੀਂ।
ਅਦਰਕ 22 ਰੁਪਏ, ਉਧਰ 100। ਤੇ ਭਾਈ ਮੈਨੂੰ ਐ ਦੱਸੋ, ਇਦੋਂ ਵੱਡੀ ਕਿਹੜੀ ਮਾਰਕੀਟ ਹੈ ਧਰਤੀ ਤੇ? ਗੱਲਾਂ ਛੋਟੀਆਂ 'ਚ ਪੈ ਜਾਂਦੇ ਆ। ਉਹ ਭਾਈ ਸਾਡੇ ਕਲਚਰ ਇੱਕ ਨੇ, ਜਿਹੜੇ ਅਸਲੀ ਸਮਝਦੇ ਨੇ ਉਹ ਜਾਣਦੇ ਨੇ ਕਿ 10 ਲੱਖ ਮਾਰਕਟ ਹੋਈ, ਕਿੰਨੇ ਲੋਕ ਬੇਆਬਰੂ ਹੋਏ, ਉਹ ਸਮਝਦੇ ਨੇ। ਉਹ ਤੇ ਮਰਮ ਹੈ ਭਾਈ। ਸਾਡੇ ਸੱਭਿਆਚਾਰ ਇੱਕ, ਸਾਡੀ ਜ਼ਬਾਨ ਇੱਕ, ਸਾਡਾ ਪਹਿਰਾਵਾ ਇੱਕ, ਸਾਡਾ ਖਾਣ ਪਾਣ ਇੱਕ, ਉਹ ਹੋਰ ਤੇ ਹੋਰ ਸਾਡਾ ਟੌਰ ਟੱਪਾ ਇੱਕ, ਜਾਂ ਕਹੋ ਨਹੀਂ। ਇਸ ਕਰਕੇ ਇਹ ਗੱਲ ਅੱਗੇ ਵਧਣੀ ਚਾਹੀਦੀ ਹੈ। ਅਸੀਂ ਤੇ ਇਲਤਜਾ ਕਰ ਸਕਦੇ ਹਾਂ। ਅਸੀਂ ਤੇ, ਮੈਂ ਤੇ ਅੱਜ ਵੀ ਕਹਿਣਾ ਕਿ ਮੈਂ ਪਿਛਲੀ ਵਾਰ ਗਿਆ ਸੀ ਕਰਤਾਰਪੁਰ, ਤੇ ਮੈਂ ਕਿਹਾ ਸੀ ਇਸ ਮੁਕੱਦਸ ਗੁਰੂ ਦੇ ਦੁਆਰ ਨੂੰ ਖੋਲ ਦਿਓ, ਅਸੰਖਿਆ ਸੰਭਾਵਨਾ ਹੋਣਗੀਆਂ। ਤੇ ਮੈਂ ਅੱਜ ਕਹਿਣਾ ਕਿ ਉਹਨਾਂ ਮੰਦਰਾਂ ਨੂੰ, ਉਹਨਾਂ ਮੰਦਰਾਂ ਦੇ ਦਰ ਖੋਲੋ ਜਿੱਥੇ ਸਾਡੀ ਆਸਥਾ ਦੇ ਪੁੰਜ ਨੇ। ਮੈਂ ਉੱਥੇ ਵੀ ਕਹਿ ਕੇ ਆਇਆ ਕਿ ਖੋਲੋ ਉਹਨਾਂ ਮੰਦਰਾਂ ਨੂੰ, ਜਾਣ ਦਿਓ ਵੱਧ ਤੋਂ ਵੱਧ ਜਥੇ ਬਾਬਾ ਨਾਨਕ ਦੇ ਜਨਮ ਸਥਾਨ ਤੇ। ਕਿਉਂ ਰੋਕਦੇ ਹੋ? ਕਿਉਂ 40-50 ਕਹਿੰਦੇ ਹੋ? ਭੇਜੋ 5000। ਉਹਨਾਂ ਕੋਲ ਪਾਸਪੋਰਟ ਨੇ, ਉਹਨਾਂ ਕੋਲ ਆਸਥਾ ਹੈ। ਆਪਦੇ ਬਾਪ ਦੇ ਦਰ ਦੇ ਉੱਤੇ ਕਿਉਂ ਨਹੀਂ ਮੱਥਾ ਲਾਣ ਦਿੰਦੇ? ਕਿਉਂ ਨਹੀਂ ਊਰਜਾ ਪਾਉਣ ਦਿੰਦੇ? ਇਹਨੂੰ ਰਿਲੀਜੀਅਸ ਟੂਰਿਜ਼ਮ ਕਹਿੰਦੇ ਆ। ਅੱਜ ਸਭ ਤੋਂ ਵੱਧ ਪੋਟੈਂਸ਼ੀਅਲ ਮੈਡੀਕਲ ਟੂਰਿਜ਼ਮ 'ਚ ਹੈ। ਜੋ ਹਾਰਟ ਦੀ ਸਰਜਰੀ ਅਮਰੀਕਾ 'ਚ ਹੁੰਦੀ ਹੈ, ਇੱਥੇ 10 ਗੁਣੇ ਸਸਤੀ ਹੁੰਦੀ ਹੈ, ਉਦੋਂ ਵੀ ਸਸਤੀ ਹੈ। ਗੋਡਾ ਬਦਲਾਉਣਾ ਹੋਵੇ, ਦੇਖੋ ਤੁਸੀਂ ਆ ਉਜ਼ਬੇਕਿਸਤਾਨ, ਕਜ਼ਾਕਿਸਤਾਨ, ਅਰਮੇਨਿਸਤਾਨ, ਸਭ ਦਿੱਲੀ ਭੱਜੇ ਆਉਂਦੇ ਆ। ਕਰੇ ਪੰਜਾਬ ਮੈਡੀਕਲ ਟੂਰਿਜ਼ਮ ਦਾ ਆਗਾਜ਼, ਲੈ ਕੇ ਜਾਵੇ ਇੱਥੋਂ ਰੋਜ਼ਾ ਸ਼ਰੀਫ, ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ, ਜੰਗੇ ਆਜ਼ਾਦੀ, ਇਹ ਜਿਹੀਆਂ 20 ਥਾਵਾਂ। ਤੇ ਜੇ ਅੰਮ੍ਰਿਤਸਰ 1.25 ਲੱਖ ਬੰਦੇ ਆਉਂਦੇ, ਜੇ 50,000 4 ਦਿਨ ਰਹਿ ਜਾਣ ਤੇ ਪੰਜਾਬ ਦੀ ਇਕਨੋਮੀ ਖੜੀ ਕਰ ਦੇਣ। ਇਹ ਇਨਡਾਇਰੈਕਟ ਫਾਇਦੇ ਨੇ। ਸਾਨੂੰ ਇਹਨਾਂ ਪੈੜਾਂ ਦੇ ਉੱਤੇ ਤੁਰਨਾ ਪੈਣਾ। ਜੇ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ, ਹੋਰ ਕੋਈ ਚਾਰਾ ਨਹੀਂ। ਨਹੀਂ ਤਾਂ ਮੈਨੂੰ ਦੱਸ ਦਿਓ ਕੋਈ ਕਿਸਾਨਾਂ ਵਾਸਤੇ ਇਸ ਤੋਂ ਵਧੀਆ ਮਾਰਕੀਟ। ਸਿਲਕਨ ਰੂਟ 22 ਦੇਸ਼ਾਂ ਨਾਲ ਵਪਾਰ। ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਸੀ ਅੰਮ੍ਰਿਤਸਰ। ਸਾਡੇ ਦਾ ਮਹਾਰਾਜਾ ਰਣਜੀਤ ਸਿੰਘ ਔਰ ਭਗਤ ਸਿੰਘ ਵੀ ਸਾਂਝੇ ਹੈ। ਤੇ ਮੈਂ ਅੱਜ ਤੁਹਾਨੂੰ ਕਹਿਣਾ, ਜੇ 34 ਦੇਸ਼ਾਂ ਨੂੰ ਵਪਾਰ ਖੁੱਲਦਾ, ਔਰ ਜਦੋਂ ਪਹਿਲਾਂ ਵਪਾਰ ਚੱਲਦਾ ਸੀ 25% ਵਾਘਾ ਬਾਰਡਰ ਤੋਂ ਹੁੰਦਾ ਸੀ, ਤੇ 6 ਮਹੀਨਿਆਂ ਦੇ ਵਿੱਚ ਦੋਵੇਂ ਪੰਜਾਬ 60 ਸਾਲ ਦੀ ਤਰੱਕੀ ਕਰਨਗੇ ਔਰ ਮੁਲਕ ਤਰੱਕੀ ਕਰਨਗੇ। ਇਹ ਬੂਹੇ ਬਾਰੀਆਂ ਖੁੱਲਣੀਆਂ ਚਾਹੀਦੀਆਂ ਨੇ। ਇਹ ਬਾਬੇ ਨਾਨਕ ਦਾ ਫਲਸਫਾ ਪੂਰੀ ਦੁਨੀਆ ਦੇ ਵਿੱਚ ਅਮਲ 'ਚ ਆਉਣਾ ਚਾਹੀਦਾ। ਅਸੀਂ ਬਾਬੇ ਨਾਨਕ ਨੂੰ ਤਾਂ ਮੰਨਦੇ ਹਾਂ, ਪਰ ਉਹਦੀ ਗੱਲ ਘੱਟ ਸੁਣਦੇ ਹਾਂ। ਆਪਸੀ ਭਾਈਚਾਰਾ, ਅਮਨ ਅਮਾਨ, ਕਿਰਤ ਸੱਭਿਆਚਾਰ, ਇਹ ਸਭ ਉਹਦੇ ਹੀ ਦਿੱਤੇ ਆ ਸਾਨੂੰ। ਤੇ ਇਸ ਕਰਕੇ ਮੈਂ ਅੱਜ ਵੀ ਪੰਜਾਬ ਦੇ ਵਿੱਚ ਜੇ 34 ਮਹੀਨਿਆਂ ਦਾ ਤੁਸੀਂ ਉਹ ਦੇਖੋ ਤੇ 5,000 ਕਰੋੜ ਦਾ ਨੁਕਸਾਨ ਹੋਇਆ। ਕਰੀਬ 15 ਤੋਂ 20,000 ਜੌਬਸ ਚਲੀਆਂ ਗਈਆਂ ਨੇ। ਮੈਂ ਤੁਹਾਡੇ ਰਾਹੀਂ ਇਹ ਕਨਵੇ ਕਰਨਾ ਚਾਹੁੰਦਾ ਕਿ ਸਵਾਲ ਮਨਸ਼ਾ ਦਾ ਹੈ, ਸਵਾਲ ਇੰਟੈਂਟ ਦਾ ਹੈ, ਸਵਾਲ ਜ਼ਿੰਦਗੀਆਂ ਨੂੰ ਬਦਲਣ ਦਾ ਹੈ। ਭਾਈ ਹੋ ਸਕਦਾ ਹੈ ਐਡਾ ਵੱਡਾ ਪੋਰਸ ਬਾਰਡਰ ਹੈ, ਹੋ ਸਕਦਾ ਹੈ ਇਨਫਿਲਟ੍ਰੇਸ਼ਨ ਹੈ,
ਲੇਕਿਨ ਸਾਡੇ ਸਭ ਜਵਾਨ ਸਾਰੇ ਮੁਸਤੈਦ ਨੇ। ਲੇਕਿਨ ਮੈਂ ਕਹਿੰਦਾ ਕੱਚ ਪੈਨਿਨਸੂਲਾ ਗੁਜਰਾਤ ਤੋਂ ਲੈ ਕੇ ਬੰਗਲਾਦੇਸ਼ ਤੱਕ ਬਾਰਡਰ ਹੈ, ਜਿੱਥੋਂ ਵੀ ਪਾਸਪੋਰਟ ਹੋਲਡਰ ਤਜਾਰਤ ਲਈ ਜਾ ਸਕਦਾ ਹੈ, ਯੂਰਪ ਵਾਂਗ ਖੁੱਲਣਾ ਚਾਹੀਦਾ। There is a lot of unlocked potential. It is just a humble request. ਇੱਕ ਪੰਜਾਬੀ, ਇੱਕ ਹਿੰਦੁਸਤਾਨੀ ਦੀ ਨੀਵਾਂ ਹੋ ਕੇ ਇਹ ਇੱਕ ਛੋਟੀ ਜੀ ਰਿਕੁਐਸਟ ਹੈ ਕਿ ਤੁਹਾਡੇ ਰਾਹੀਂ ਇਹ ਗੱਲ ਪੂਰੇ ਐਂਡ ਤੱਕ ਜਾਵੇ, ਕਿਉਂਕਿ ਹੋਰ ਵੀ ਅਸੀਂ ਬਹੁਤ ਕੁਝ ਕਰ ਰਹੇ ਹਾਂ। ਹੁਣ ਜਦੋਂ ਇੰਡੀਆ ਪਾਕਿਸਤਾਨ ਦਾ ਮੈਚ ਹੁੰਦਾ ਹੈ, ਉਹ ਕਿਹਦੇ ਤਹਿਤ ਹੁੰਦਾ ਭਾਈ? ਹੱਥ ਮਿਲਾਏ ਜਾਂਦੇ ਆ, ਜੱਫੀਆਂ ਪਾਈਆਂ ਜਾਂਦੀਆਂ ਨੇ, ਕੰਗ੍ਰੈਚੁਲੇਟ ਕੀਤਾ ਜਾਂਦਾ ਹੈ। ਇੱਕ ਸਪੋਰਟ ਹੈ। ਇਸੇ ਤਰ੍ਹਾਂ ਕਲਾਕਾਰ ਨੇ, ਇਸੇ ਤਰ੍ਹਾਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਸੀ, ਇਸੇ ਤਰ੍ਹਾਂ ਕਿਸ਼ੋਰ ਕੁਮਾਰ ਸਾਹਿਬ ਸੀ, ਇਸੇ ਤਰ੍ਹਾਂ ਸ਼ਾਹਰੁਖ ਖਾਨ ਸਾਹਿਬ, ਇਸੇ ਤਰ੍ਹਾਂ ਅਕਸ਼ੇ ਕੁਮਾਰ। ਇਹ ਸਭ ਲੋਕ ਜੋੜਨ ਵਾਲੇ ਆ, ਪੁਲ ਬਣਾਉਣ ਵਾਲੇ ਆ। ਹਾਂ, ਅਗਰ ਬਾਤ ਦੇ ਪਤੰਗੜ ਬਣਾਉਣੇ ਆ ਤਾਂ ਕੋਈ ਵੀ ਬਣਾ ਸਕਦਾ ਹੈ। ਔਰ ਅਗਰ ਇਹ ਅਹਿਮ ਮੁੱਦਿਆਂ ਤੋਂ ਭਟਕਾਉਣਾ ਹੋਵੇ ਤਾਂ ਕੋਈ ਵੀ ਭਟਕਾ ਸਕਦਾ ਹੈ। ਲੇਕਿਨ ਨਹੀਂ ਮਨਸ਼ਾ ਦੀ ਗੱਲ ਹੀ ਨਹੀਂ ਹੈ। ਮੈਂ ਕਿਸੇ ਦਾ ਉਹ ਨਹੀਂ ਕਰਨਾ। ਮੈਂ ਅੱਜ ਗੁਰੂ ਦੇ ਦਰ ਤੇ ਆਇਆ। ਜਿਹੜੀ ਪਿਛਲੀ ਗੱਲ ਕੀਤੀ ਸੀ ਉਦੋਂ ਵੀ ਇਹੀ ਕੀਤੀ ਸੀ। ਕਿਹਾ ਸੀ ਨਾ ਕਿ ਭਾਈ ਬਾਰਡਰ ਖੋਲੋ। ਕੀ ਆਪਣੇ ਲਈ ਕਿਹਾ? ਮੇਰੀ ਤੇ ਨਾ ਕੋਈ ਸੈਂਡ ਮਾਈਨ ਹੈ, ਨਾ ਕੋਈ ਦੁਕਾਨ ਹੈ, ਤੇ ਨਾ ਪੰਜੀ ਦਾ ਕੋਈ ਵਪਾਰ ਹੈ ਭਾਈ। ਮੇਰਾ ਤਾਂ ਕੁਝ ਵੀ ਨਹੀਂਗਾ, ਮੇਰਾ ਤਾਂ ਕੁਝ ਵੀ ਨਹੀਂ। ਪਰ ਮੈਂ ਜਾਣਦਾ, ਮੈਂ ਇੱਕ ਮਿੰਟ, ਮੈਂ ਯਾਰ ਬੀਜੇਪੀ ਜੋ ਮਰਜ਼ੀ ਕਹੇ, ਮੈਂ ਕੀ ਲੈਣਾ? ਲਾਣ ਦੇ ਜਿੰਨੇ ਮਰਜ਼ੀ, ਮੈਂ ਕਹੇ ਤੇ ਕੋਈ ਆਰੋਪ ਨਹੀਂ ਲਾਣਾ। ਥੈਂਕ ਯੂ।